ਸਾਡੇ ਦਰਸ਼ਕ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਦੌਰਾਨ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਦੇ ਵਿੱਚ ਇੱਕ ਸ਼ਬਦ ਬਾਰ-ਬਾਰ ਸੁਣ ਰਹੇ ਹੋਣੇ ਨੇ, ਜਿਹੜਾ ਦੋ ਸ਼ਬਦਾਂ ਦਾ ਸਾਂਝਾ ਹੈ, ਜਿਸ ਨੂੰ ਸੋਸ਼ਲ ਡਿਸਟੈਂਸਿੰਗ ਕਿਹਾ ਜਾ ਰਿਹਾ ਹੈ। ਆਮ ਤੌਰ ਤੇ ਸੋਸ਼ਲ ਡਿਸਟੈਂਸਿੰਗ ਜਾਤ-ਪਾਤ ਦੇ ਫਰਕ ਦੇ ਵਿੱਚ ਗਿਣੀ ਜਾਂਦੀ ਸੀ, ਪਰ ਹੁਣ ਇਹ ਫਿਜ਼ੀਕਲ ਡਿਸਟੈਂਸ ਯਾਨੀ ਕਿ ਸਰੀਰਕ ਫਾਸਲੇ ਦੇ ਤੌਰ ਤੇ ਵਰਤਿਆ ਜਾਣ ਵਾਲਾ ਸ਼ਬਦ ਬਣ ਗਿਆ ਹੈ। ਔਸਲਰ ਵਿਲੀਅਮ ਹਸਪੀਟਲ ਦੇ ਐਮਰਜੈਂਸੀ ਰੂਮ ਦੇ ਵਿੱਚ ਕੰਮ ਕਰ ਰਹੇ ਡਾਕਟਰ ਗੁਰਜੀਤ ਬਾਜਵਾ ਨੇ ਸਾਡੀ ਟੀਮ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਖਰ ਇਹ ਫਾਸਲਾ ਕਿੱਦਾਂ ਔਰ ਕਿੰਨਾ ਜ਼ਰੂਰੀ ਹੈ ਬਣਾਉਣਾ। ਸਤਿ ਸ਼੍ਰੀ ਅਕਾਲ ਡਾਕਟਰ ਬਾਜਵਾ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਡੀਸੀ ਪੰਜਾਬੀ ਤੇ। ਫਸਟ ਆਫ ਆਲ ਥੈਂਕ ਯੂ ਸੋ ਮਚ ਫॉर योर ਟਾਈਮ। ਤੁਹਾਡੇ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਹੈਲਥ ਪਰਸਪੈਕਟਿਵ ਦੇ ਨਾਲ ਅਗਰ ਅਸੀਂ ਕੋਵਿਡ-19 ਦੀ ਸਿਚੁਏਸ਼ਨ ਦੇਖੀਏ ਤੇ ਤੁਸੀਂ ਕਿੰਨਾ ਕੰਸਰਨ ਹੈਗੇ ਹੋ, ਹਾਊ ਐਜ਼ ਅ ਨੇਸ਼ਨ ਵੀ ਆਰ ਹੈਂਡਲਿੰਗ ਦਿਸ ਵਾਇਰਸ? I am concerned about this virus because ਇਹ ਕਾਫੀ ਸੀਰੀਅਸ ਵਾਇਰਸ ਹੈ। ਇਹੋ ਜੀ ਮਤਲਬ ਕਦੀ ਦੁਨੀਆ 'ਚ ਅਗਰ ਕਿਸੇ ਦੇਖੀ ਨਹੀਂ ਹੈਗੀ ਕਿ ਕਿੰਨੀ ਤੇਜ਼ੀ ਨਾਲ ਫੈਲ ਰਹੀ ਹੈ। ਤੇ ਇਹ ਕਾਫੀ ਸੀਰੀਅਸ ਵਾਇਰਸ ਹੈ, ਜਿਸ ਕਰਕੇ ਮੈਂ ਇਹ ਮੈਸੇਜ ਸਾਰਿਆਂ ਨੂੰ ਪਹੁੰਚਾਉਣਾ ਚਾਹੁੰਦਾ ਕਿ ਇਹਨੂੰ ਲਾਈਟਲੀ ਨਾ ਲਿਓ ਤੇ ਜਿਹੜੇ ਵੀ ਪ੍ਰੀਕਾਸ਼ਨ ਲੈਣੇ ਚਾਹੀਦੇ ਤੁਸੀਂ ਜ਼ਰੂਰ ਲਓ। ਗਵਰਨਮੈਂਟ ਆਫੀਸ਼ੀਅਲਸ ਔਰ ਹੈਲਥ ਆਫੀਸ਼ੀਅਲ ਜੋ ਨੇ ਉਹ ਇਸ ਵੇਲੇ ਸੋਸ਼ਲ ਡਿਸਟੈਂਸਿੰਗ ਦੇ ਉੱਤੇ ਬਹੁਤ ਜ਼ਿਆਦਾ ਸਟ੍ਰੈਸ ਕਰ ਰਹੇ ਨੇ। ਆਈ ਨੋ ਇਟਸ ਐਕਸਟ੍ਰੀਮਲੀ ਚੈਲੰਜਿੰਗ ਟੂ ਨਾਟ ਟੱਚ ਯੋਰ ਫੇਸ ਐਂਡ ਵਾਸ਼ ਯੋਰ ਹੈਂਡਸ ਅਗੇਨ ਐਂਡ ਫॉर 20 ਸੈਕਿੰਡਸ, ਪਰ ਲੋਕਾਂ ਦੇ ਵਿੱਚ ਹਲੇ ਵੀ ਕਈ ਸਵਾਲ ਨੇ ਕਿ ਸੋਸ਼ਲ ਡਿਸਟੈਂਸਿੰਗ ਔਰ ਫਿਜ਼ੀਕਲ ਡਿਸਟੈਂਸਿੰਗ ਦੇ ਵਿੱਚ ਕੀ ਫਰਕ ਹੈਗਾ ਹੈ। So ਇੱਕ ਤਾਂ ਤੁਸੀਂ ਪੁੱਛਿਆ ਸੀਗਾ about hand washing. Hand washing is very important, in fact probably the number one thing, ਪਰ ਉਹ ਉਦੋਂ ਵਾਸਤੇ ਹੁੰਦਾ ਕਿ ਜਦੋਂ ਆਪਾਂ ਕਿਤੇ ਬਾਹਰ ਅੰਦਰ ਗਏ ਹੋਵੋ। That's the main time when we need to make sure that we wash our hands. If we're home all day, ਫਿਰ ਵੀ it's not a bad idea, but it's a little less important. ਤੇ social distancing ਦਾ ਮਤਲਬ ਹੈਗਾ ਕਿ staying away from all others for any purpose. For example, party ਤੇ ਜਾਣਾ, ਆਪਾਂ ਕਿਤੇ ਜਾਣਾ, ਇਹ ਗੈਦਰਿੰਗਸ ਨੂੰ ਬੰਦ ਕਰੀਏ। ਕਿਸੇ ਵੀ ਕਿਸਮ ਦੀ ਗੈਦਰਿੰਗ ਹੈ ਨਾ, ਬਿਨਾਂ ਲੋੜ ਤੋਂ ਉਹ ਗੈਦਰਿੰਗ ਨੂੰ ਬੰਦ ਕਰੀਏ। That's the meaning of social distancing. ਜਿਹੜਾ ਦੂਜਾ ਡਿਸਟੈਂਸ ਹੁੰਦਾ ਉਹ ਹੈਗਾ ਕਿ 6 feet away ਰਹੋ। ਤੇ ਇਹ ਡਿਸਟੈਂਸ ਦਾ ਤਾਂ ਫਾਇਦਾ ਰੀਜ਼ਨ ਹੈ ਕਿਉਂਕਿ ਇਹ ਜਿਹੜੀ ਵਾਇਰਸ ਸਪਰੈਡ ਹੁੰਦੀ ਹੈ ਥਰੂ ਡ੍ਰੌਪਲੇਟਸ ਮਤਲਬ ਜੋ ਆਪਾਂ ਖੰਘਦੇ ਹਾਂ ਤੇ ਛਿੱਕ ਮਾਰਦੇ ਹਾਂ ਉਹਦੇ ਵਿੱਚ ਜਿਹੜਾ ਪਾਣੀ ਨਿਕਲਦਾ ਹੈ ਉਹਦੀ ਮੈਕਸਿਮਮ ਡਿਸਟੈਂਸ ਤਕਰੀਬਨ 6-7 ਫੁੱਟ ਹੀ ਹੁੰਦੀ ਹੈ। ਐਂਡ ਦੈਟਸ ਦ ਰੀਜ਼ਨ ਵਾਈ ਇਹਨੂੰ ਡਿਸਟੈਂਸਿੰਗ ਇੱਕ ਇੰਡੀਵਿਜੂਅਲ ਡਿਸਟੈਂਸਿੰਗ ਰੱਖਣੀ ਚਾਹੀਦੀ ਹੈ। ਇਟਸ ਅ ਡ੍ਰੌਪਲੇਟ ਵਾਇਰਸ ਤੇ ਇਹਦੇ ਵਿੱਚ ਬਹੁਤ ਫਰਕ ਹੈ। ਡ੍ਰੌਪਲੇਟ ਵਾਇਰਸ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਪਾਣੀ ਨਿਕਲਦਾ ਆਪਣੇ ਛਿੱਕ ਦੇ ਵਿੱਚੋਂ ਤੇ ਖੰਘ ਦੇ ਵਿੱਚੋਂ ਉਹ ਨਿਕਲ ਕੇ ਤੇ ਇੱਕ ਥਾਂ ਤੇ ਜਾ ਕੇ ਡਿੱਗ ਜਾਂਦਾ ਹੈ। ਡਿੱਗਦਾ ਟੇਬਲ ਸਰਫੇਸਿਸ ਤੇ ਕੀਬੋਰਡਸ, ਆਪਣੇ ਫੋਨ ਤੇ ਸਟੀਅਰਿੰਗ ਵੀਲ ਦੇ ਦ ਕਾਰ, ਡੋਰ ਹੈਂਡਲਸ, ਸ਼ਾਪਿੰਗ ਕਾਰਟਸ, ਇਹੋ ਜਿਹੇ ਥਾਵਾਂ ਤੇ ਜਾ ਕੇ ਡਿੱਗਦਾ। ਤੇ ਉਹ ਡ੍ਰੌਪਲੇਟਸ ਜਦੋਂ ਦੂਜਾ ਬੰਦਾ ਆ ਕੇ ਉਹਨੂੰ ਟੱਚ ਕਰਦਾ ਹੈ ਤੇ ਫਿਰ ਉਹ ਜਦੋਂ ਆਪਣੇ ਮੂੰਹ ਨੂੰ, ਅੱਖ ਨੂੰ ਤੇ ਅੱਖਾਂ ਨੂੰ ਹੱਥ ਲਾਉਂਦੇ ਨਾ, ਨੱਕ ਨੂੰ, ਉਦੋਂ ਜਾ ਕੇ ਉਹ ਇਨਫੈਕਸ਼ਨ ਅੰਦਰ ਜਾਂਦੀ ਹੈ। ਐਂਡ ਦੈਟਸ ਡ੍ਰੌਪਲੇਟ। ਏਅਰਬੋਰਨ ਹੁੰਦੀ ਹੈ ਕਿ ਉਹ ਟੋਟਲੀ ਡਿਫਰੈਂਟ ਹੈ। ਏਅਰਬੋਰਨ ਦਾ ਮਤਲਬ ਹੈਗਾ ਕਿ ਜੀ ਇੱਕ ਵਾਰੀ ਮੂੰਹ ਚੋਂ ਨਿਕਲ ਗਈ ਤੇ ਹਵਾ ਦੇ ਵਿੱਚ ਫਿਰਦੀ ਰਹਿੰਦੀ ਹੈ। ਉਹ ਜ਼ਿਆਦਾ ਸੀਰੀਅਸ ਹੁੰਦੀ ਹੈ ਤੇ ਉਹ ਇਹ ਵਾਲੀ ਨਹੀਂ ਹੈਗੀ ਹੈ। ਜੀ, who requires testings, and if you can tell us the symptoms of the virus? The symptoms are, number one is fever, and then it is sore throat and cough. ਇਹ ਤਿੰਨ most common features ਹੈਗੇ, ਹੋਰ ਵੀ ਕਈ ਹੈਗੇ ਪਰ mostly ਲੋਕਾਂ ਨੂੰ ਇਹ ਤਿੰਨ features ਹੁੰਦੇ ਆ। ਤੇ if you have this, then there is a small chance that you have COVID. ਤੇ your question about who needs to be tested, not everybody needs to be tested ਕਿਉਂਕਿ it would be nice if we could test, ਪਰ ਇਸ ਵੇਲੇ ਕਪੈਸਿਟੀ ਨਹੀਂ ਹੈਗੀ ਟੈਸਟ ਕਰਨ ਦੀ। ontario ਨੇ ਪ੍ਰੋਮਿਸ ਕੀਤਾ ਕਿ 5000 ਰੋਜ਼ ਦੀ ਟੈਸਟ ਕਰਾਂਗੇ, ਪਰ ਹਜੇ ਉਦੋਂ ਘੱਟ ਹੋ ਰਹੀ ਹੈ। ਸੋ ਦੋਜ਼ ਪੀਪਲ ਆਰ ਐਲੀਜੀਬਲ ਜੇ ਮਤਲਬ ਇਹ ਤੁਹਾਡੇ ਸਿੰਪਟਮਸ ਹੈਗੇ ਐਂਡ ਯੂ ਹੈਵ ਅ ਫੀਵਰ। ਪਰ ਇਸ ਵੇਲੇ ਕਹਿ ਰਹੇ ਆ ਲੋਕਾਂ ਨੂੰ ਕਿ if you have travel ਤੇ ਤਾਂ ਕਰਾਓ, ਜਾਂ if you have contact with somebody who has COVID ਤਾਂ ਟੈਸਟ ਕਰਾਓ। ਅਦਰਵਾਈਜ਼ ਹਰੇਕ ਨੂੰ ਟੈਸਟ ਕਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਟੈਸਟ ਕਿਟਸ ਪੂਰੀਆਂ ਨਹੀਂ ਹੈਗੀਆਂ। ਜੇ ਕਰਾਉਣਾ ਚਾਹੁੰਦੇ ਆ ਤੁਸੀਂ ਕਰਾ ਵੀ ਸਕਦੇ ਹੈਗੇ। ਇਹਦੀ ਥਾਂ ਤੇ ਕੋਵਿਡ ਟੈਸਟਿੰਗ ਸਕਰੀਨਿੰਗਸ ਲੱਗੀਆਂ ਹੋਈਆਂ, ਪਰ ਇਫ ਯੂ ਡੋਂਟ ਹੈਵ ਅ ਫੀਵਰ ਉਹਨਾਂ ਨੇ ਤੁਹਾਨੂੰ ਟੈਸਟ ਨਹੀਂ ਕਰਨਾ ਹੈਗਾ। ਸੋ ਯੂ ਮਸਟ ਹੈਵ ਅ ਫੀਵਰ ਫॉर ਦ ਟੈਸਟਿੰਗ। ਦੂਜੀ ਗੱਲ ਹੈ ਕਿ ਇਫ ਯੂ ਹੈਵ ਕੋਵਿਡ, even if you are positive or negative, the difference is ਉਹਨਾਂ ਨੇ ਫਿਰ ਵੀ ਤੁਹਾਨੂੰ ਇਹੀ ਕਹਿਣਾ ਕਿ take some Tylenol and go home.
you do not need any treatment, because for this there is no treatment. And the only reason why we would want to get tested is ਜੇ ਮਤਲਬ ਹਾਲਤ ਖਰਾਬ ਹੋ ਗਈ, then at least we know what we're dealing with. Very small percentage ਲੋਕ ਇਹਦੇ ਵਿੱਚੋਂ ਖਰਾਬ ਹੁੰਦੇ ਆ. Those are the people that need to go to the hospital. ਉਹਦਾ ਮੇਨ ਇਹ ਸਿੰਪਟਮ ਹੈ ਕਿ difficulty breathing. ਜੇ ਤੁਹਾਨੂੰ ਸਾਹ ਦੀ ਤਕਲੀਫ ਕਾਫੀ ਹੈਗੀ ਹੈ ਤੇ ਫਿਰ ਹਸਪੀਟਲ ਤੁਸੀਂ ਜਾਓਗੇ, ਉਹਨਾਂ ਨੇ ਤੁਹਾਡਾ ਆਕਸੀਜਨ ਟੈਸਟ ਕਰਨਾ. ਜੇ ਆਕਸੀਜਨ ਤੁਹਾਡਾ ਫਾਈਨ ਹੈ, ਉਹਨਾਂ ਨੇ ਫਿਰ ਵੀ ਇਹੀ ਕਹਿਣਾ, ਕੋਵਿਡ ਨਾਨ ਕੋਵਿਡ, ਫਿਰ ਵੀ ਉਹਨਾਂ ਨੇ ਇਹੀ ਕਹਿਣਾ ਗੋ ਹੋਮ, ਸੈਲਫ ਆਈਸੋਲੇਟ ਫॉर 14 days. ਜੇ ਉਹਨਾਂ ਨੇ ਦੇਖਿਆ ਕਿ ਤੁਹਾਡਾ ਆਕਸੀਜਨ ਘੱਟ ਹੈ, ਫਿਰ ਉਹਨਾਂ ਨੇ ਕਹਿਣਾ ਕਿ no, you need to come into the hospital and we will admit you for oxygen. ਜੀ ਜੀ ਇਸ ਵੇਲੇ ਕਿੰਨੇ ਟੈਸਟ ਕੀਤੇ ਜਾ ਰਹੇ ਨੇ ਪਰ ਡੇ? ਰਫਲੀ ਮੇਰੇ ਖਿਆਲ ਦੇ ਵਿੱਚ ਕੁਝ ਹਜ਼ਾਰ ਤੇ 2000 ਦੇ ਨੇੜੇ ਆ ਰਫਲੀ. ਜੀ ਪ੍ਰੀਕਾਸ਼ਨਰੀ ਮੈਜਰਸ ਤੇ ਡੈਫੀਨਿਟਲੀ ਇਸ਼ੂ ਕੀਤੇ ਜਾ ਰਹੇ ਨੇ. ਸੋਸ਼ਲ ਡਿਸਟੈਂਸਿੰਗ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਉਹਦੇ ਤੇ ਕਾਫੀ ਸਟ੍ਰਿਕਟਨੈਸ ਕੀਤੀ ਜਾ ਰਹੀ ਹੈ, ਬਟ ਆਰ ਵੀ ਰੀਅਲੀ ਫਲੈਟਨਿੰਗ ਦ ਕਰਵ ਬਾਈ ਡੂਇੰਗ ਦਿਸ? It's the only way to flatten the curve. And ਮੈਂ ਇੰਨਾ ਸਟ੍ਰੈਸ ਕਰ ਨਹੀਂ ਸਕਦਾ ਕਿ ਇਹ ਕਿੰਨਾ ਜ਼ਰੂਰੀ ਹੈ. And just in case your audience doesn't know, flattening the curve ਦਾ ਮਤਲਬ ਇਹ ਹੈ ਕਿ for example ਜੇ 1 ਲੱਖ ਬੰਦਿਆਂ ਨੇ ਬਿਮਾਰ ਹੋਣਾ ਹੈ, ਜੇ ਉਹ 1 ਲੱਖ ਬੰਦੇ ਬਿਮਾਰ ਹੋਏ 5 ਮਹੀਨਿਆਂ 'ਚ, ਮਤਲਬ 20,000 per month, ਤੇ ਫਿਰ ਅਸੀਂ ਸਾਂਭ ਲਾਂਗੇ. We have the capacity to do that. ਜੇ ਉਹ ਸਾਰੇ 1 ਲੱਖ 1.5 ਮਹੀਨੇ 'ਚ ਆ ਗਏ ਤੇ ਫਿਰ ਕੈਪੈਸਿਟੀ ਨਹੀਂ ਹੈਗੀ ਹੈਲਥ ਕੇਅਰ ਸਿਸਟਮ ਵਿੱਚ, ਨਾ ਸਾਡੇ ਕੋਲ ਨਾ ਕਿਸੇ ਕੋਲ ਵੀ ਹੈਗੀ ਹੈ. ਦੁਨੀਆ 'ਚ ਕਿਸੇ ਕੋਲ ਵੀ ਨਹੀਂ ਹੈਗੀ ਕੈਪੈਸਿਟੀ ਇੰਨੀ ਕਿ ਇੰਨੇ ਬੰਦਿਆਂ ਨੂੰ ਇੱਕਦਮ ਸਾਂਭਣਾ. ਤਾਂ ਫਲੈਟਨਿੰਗ ਦਾ ਕਰਵ ਦਾ ਇਹ ਮਤਲਬ ਇਹ ਹੈ ਕਿ ਉਹਨੂੰ ਸੇਮ ਅਮਾਊਂਟ ਬਿਮਾਰ ਲੋਕਾਂ ਨੂੰ ਸਪਰੈਡ ਆਊਟ ਕੀਤਾ ਜਾਵੇ, ਫਿਰ ਸਾਂਭੇ ਜਾਣਗੇ. ਸਾਡੇ ਹੈਲਥ ਕੇਅਰ ਸਿਸਟਮ ਨੇ ਸਾਂਭ ਲੈਣਾ ਉਹਨਾਂ ਨੂੰ. ਐਂਡ ਸੋਸ਼ਲ ਡਿਸਟੈਂਸਿੰਗ ਇਜ਼ ਦੀ ਨੰਬਰ 1 ਥਿੰਗ ਉਸ ਚੀਜ਼ ਵਾਸਤੇ. And I'll just give you an example. ਜੇ 1000 ਬੰਦਿਆਂ ਨੂੰ ਇਸ ਵੇਲੇ ਕੋਵਿਡ ਹੈਗੀ ਹੈ ਤੇ ਉਹ ਜੇ ਸਾਰੇ ਜਾਣੇ ਸੋਸ਼ਲ ਆਈਸੋਲੇਸ਼ਨ ਕਰ ਲੈਣ ਤੇ ਉਹ 1000 ਬੰਦਿਆਂ ਦੇ ਵਿੱਚ ਹੀ ਰਹਿ ਕੇ 1000 ਬੰਦਿਆਂ ਦੇ ਵਿੱਚ ਹੀ ਖਤਮ ਹੋ ਜਾਣੀ ਹੈ ਉਹ ਵਾਲੀ ਬਿਮਾਰੀ, ਰਾਈਟ? ਪਰ ਜੇ ਉਹ 1000 ਜਾਣੇ ਬਾਹਰ ਜਾਣ ਲੱਗ ਪਏ, 2-4 ਬੰਦਿਆਂ ਨੂੰ ਹੋਰ ਸਪਰੈਡ ਕਰਤੀ ਤੇ ਫਿਰ ਉਹ 2-4 ਬੰਦਿਆਂ ਨੇ ਹੋਰ 2-4 ਬੰਦਿਆਂ ਨੂੰ ਸਪਰੈਡ ਕਰਤੀ, ਫਿਰ ਉਹ 1000 ਲੋਕਾਂ ਦੇ ਵਿੱਚ ਨਹੀਂ ਰਹਿਣਾ, ਫਿਰ 50,000 ਲੋਕਾਂ ਦੇ ਵਿੱਚ ਪਹੁੰਚ ਜਾਣੀ ਹੈ ਉਹ ਬਿਮਾਰੀ. And that's the reason why social isolation is so important. ਜੀ ਇਸ ਵੇਲੇ ਫੈਡਰਲ ਗਵਰਨਮੈਂਟ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਬਲੱਡ ਡੋਨਰਸ ਨੂੰ ਕਿ ਬਲੱਡ ਡੋਨੇਸ਼ਨ ਦੀ ਲੋੜ ਹੈਗੀ ਤੇ ਲੋਕੀ ਜਾ ਕੇ ਬਲੱਡ ਡੋਨੇਟ ਕਰਨ. ਸੋ is it safe to go and donate blood? It's very safe. ਡੋਨੇਟ ਕਰਨ ਵਾਲਿਆਂ ਨੂੰ ਵੀ ਸੇਫ ਹੈ ਤੇ ਰਿਸੀਵ ਕਰਨ ਵਾਲਿਆਂ ਨੂੰ ਵੀ ਸੇਫ ਹੈ. ਜਿਹਨੇ ਤੁਹਾਡਾ ਬਲੱਡ ਵੀ ਲੈਣਾ ਉਹਦੇ ਵਿੱਚ ਪੂਰੀ ਟੈਸਟਿੰਗ ਕਰਦੇ ਹੈ. ਜੇ ਕੋਈ ਬਿਮਾਰੀ ਆਈ ਉਹਨਾਂ ਨੇ ਵਿੱਚ ਤੁਹਾਡਾ ਬਲੱਡ ਨੂੰ ਇਨਕਾਰ ਕਰ ਦੇਣਾ. ਪਰ ਯੈਸ ਇਟ ਇਜ਼ ਸੇਫ ਬਿਕਾਜ਼ ਉਹ ਵੀ ਆਪਣੇ ਵੱਲੋਂ ਪੂਰੇ ਪ੍ਰੀਕਾਸ਼ਨ ਲੈ ਰਹੇ ਹੈਗੇ. ਫੋਰ ਐਗਜ਼ਾਮਪਲ ਇਟਸ ਜਸਟ ਐਜ਼ ਸੇਫ ਐਜ਼ ਗੋਇੰਗ ਟੂ ਸੀ ਯੂਰ ਡਾਕਟਰ. ਉਹ ਡਾਕਟਰ ਨੇ ਵੀ ਫੁੱਲ ਪ੍ਰੀਕਾਸ਼ਨ ਲੈ ਕੇ ਤੇ ਤਾਂ ਤੁਹਾਨੂੰ ਦੇਖਣਾ. ਸੋ ਯੈਸ ਇਟ ਇਜ਼ ਸੇਫ. ਜੀ ਡਾਕਟਰ ਬਾਜਵਾ, ਜੇਕਰ ਜਿਹੜਾ ਵੀ ਵਿਅਕਤੀ ਹੈਗਾ ਉਹ ਇਨਫੈਕਟਡ ਹੈਗਾ COVID-19 ਦੇ ਨਾਲ, ਬਟ ਅਗਰ ਉਹ ਰਿਕਵਰ ਹੋ ਜਾਂਦਾ ਹੈ, ਇਜ਼ ਦੇਅਰ ਅ ਪੋਸੀਬਲ ਚਾਂਸ ਕਿ ਉਹ ਦੁਬਾਰਾ ਰੀਇਨਫੈਕਟ ਹੋ ਸਕਦਾ ਹੈ? Is a chance, but the chance is low, very low. ਤੇ ਉਹਨਾਂ ਦੀ ਇਮਿਊਨਿਟੀ ਬਣ ਜਾਂਦੀ ਹੈ ਉਸ ਵਾਇਰਸ ਦੇ ਅਗੇਂਸਟ ਤੇ ਉਹਨਾਂ ਬਹੁਤ ਘੱਟ ਚਾਂਸਸ ਹੈ ਕਿ ਦੁਬਾਰਾ ਉਹਨਾਂ ਨੂੰ ਹੋਏਗਾ. ਇਟਸ ਨਾਟ ਇੰਪੋਸੀਬਲ, ਪਰ ਬਹੁਤ ਘੱਟ ਚਾਂਸਸ ਨੇ ਅਨਲੈਸ ਕਿ ਵਾਇਰਸ ਆਪਣੇ ਆਪ ਨੂੰ ਬਦਲ ਜਾਵੇ. ਜੇ ਵਾਇਰਸ ਮਿਊਟੇਟ ਹੋ ਗਈ ਤੇ ਫਿਰ ਦੁਬਾਰਾ ਚਾਂਸਸ ਹੋ ਸਕਦੇ ਆ. ਹੈਲਥ ਸਪਲਾਈਜ਼ ਦੀ ਗੱਲ ਕਰੀਏ ਤੇ what a worst case scenario looks like in our healthcare system? Not having enough personal protective equipment, and ਜਿਹੜੇ healthcare workers ਨੇ ਤੁਹਾਨੂੰ ਸਾਂਭਣਾ ਉਹ ਆਪਣੇ ਆਪ ਨੂੰ ਸਾਂਭ ਸਕਣ ਤੇ ਉਹ ਆਪ ਬਿਮਾਰ ਹੋ ਕੇ ਉਹਨਾਂ ਨੂੰ ਘਰ ਰਹਿਣਾ ਪਵੇ ਜਾਂ ਉਹਨਾਂ ਦੀ hospitalization ਹੋ ਜਾਏ. That's the worst case scenario. ਕਿ ਜੇ personal PPE ਕਹਿੰਦੇ personal protective equipment ਜੇ ਇਹ ਨਾ ਹੋਇਆ ਤੇ ਫਿਰ ਸਾਂਭਣ ਵਾਲੇ ਨੇ ਆਪ ਬਿਮਾਰ ਹੋ ਜਾਣਾ. ਜੀ ਵੀ ਨੋ ਹਲੇ ਵੀ ਕੁਝ ਐਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਨੇ ਉਹ ਲੋਕਾਂ ਲਈ ਓਪਨ ਹੈਗੀਆਂ ਨੇ ਐਂਡ ਪੀਪਲ ਆਰ ਗੋਇੰਗ ਆਊਟ ਫॉर ਸਮ ਗਰੋਸਰੀਜ਼ ਔਰ ਟੂ ਦ ਫਾਰਮੇਸੀ ਸਟੋਰਸ. ਲੇਕਿਨ ਕੀ ਲੋਕਾਂ ਨੂੰ ਲੋੜ ਹੈਗੀ ਹੈ ਕਿ ਇਸ ਵੇਲੇ ਜਦੋਂ ਬਾਹਰ ਜਾ ਰਹੇ ਨੇ ਤੇ ਉਹ ਗਲਵਜ਼ ਦਾ ਇਸਤੇਮਾਲ ਕਰਨ, ਮਾਸਕ ਦਾ ਇਸਤੇਮਾਲ ਕਰਨ? Glove no, mask no.
and it's quite simple. Airborne nahi hegi. Je if I walk right by you and minnu COVID je hegi hai, you will not get it. Okay, ਉਦੋਂ ਹੀ ਫਰਕ ਹੁੰਦਾ ਕਿ ਜੇ ਬਾਈ ਚਾਂਸ ਕਿ ਤੁਹਾਡੇ ਮੂੰਹ ਦੇ ਵਿੱਚ ਜਾ ਕੇ ਕੋ ਖੰਗੇ, right, then by chance it can happen, but otherwise there is no need for that. That's a little bit over. ਤੇ ਗਲਵਜ਼ ਦੀ ਕੋਈ ਲੋੜ ਨਹੀਂ ਹੈਗੀ। ਗਲਵਜ਼ ਦੇ ਮਤਲਬ ਇਹੀ ਹੈ ਕਿ ਮੇਰੇ ਹੱਥਾਂ ਦੇ ਵਿੱਚੋਂ ਨਾ ਚੱਲ ਜੇ ਵਾਇਰਸ, ਹੱਥਾਂ ਦੇ ਵਿੱਚ ਤਾਂ ਜਾਂਦੀ ਹੀ ਨਹੀਂ ਹੈਗੀ। ਜੇ ਚਾਹੇ ਤੁਹਾਡਾ ਹੱਥ ਗਲਵ ਪਾਇਆ ਹੋਵੇ ਜਾਂ ਨਾ ਪਾਇਆ ਹੋਵੇ, it all depends if you touch your face. If you don't touch your face, ਫਿਰ ਤੇ ਭਾਵੇਂ ਉਹ ਵਾਇਰਸ ਤੁਹਾਡੇ ਗਲਵ ਤੇ ਹੋਵੇ ਭਾਵੇਂ ਤੁਹਾਡੇ ਹੱਥਾਂ ਤੇ ਹੋਵੇ, it doesn't matter. It cannot get inside you. So if you go out, if you need to go out, just be careful to wash your hands. Wash your hands. ਜਾਣ ਵੇਲੇ ਵੀ ਉੱਥੇ ਵੀ ਇੱਕ ਅੱਧੀ ਵਾਰੀ ਕਰ ਲਿਆ, ਆ ਕੇ ਫਿਰ ਇੱਕ ਵਾਰੀ ਹੱਥ ਧੋ ਲਏ. That's the main thing. ਦੂਜੀ ਗੱਲ ਇਹ ਕਿ ਥੋੜਾ ਬਹੁਤਾ distance, 6 ਫੁੱਟ ਦਾ distance ਇੱਕ ਦੂਜੇ ਤੋਂ ਰੱਖੋ। ਤੇ final thing is ਜਾਓ ਘੱਟ. If you really need to go to the grocery store, make a group of your 5 of your people. ਉਹਨਾਂ ਨੂੰ ਆਖਿਆ ਸਾਡੇ ਸਾਰਿਆਂ ਵਾਸਤੇ ਤੁਸੀਂ grocery ਲਾਇਓ ਤੇ ਅਗਲੇ ਹਫਤੇ ਮੈਂ ਲੈ ਆਵਾਂਗਾ, ਤੀਜੇ ਹਫਤੇ ਮੈਂ ਤੀਜਾ ਬੰਦਾ ਲੈ। Try to get that done. Try to keep the social interactions ਬਾਹਰ ਜਾਣਾ to a minimum. ਜਿੰਨਾ ਵੀ ਘੱਟ ਤੋਂ ਘੱਟ ਹੋ ਸਕੇ। 0 ਹੋ ਸਕੇ ਤਾਂ ਬੈਸਟ ਹੈ। ਜੀ, ਐਂਡ ਆਈ ਥਿੰਕ ਸ਼ਾਇਦ ਇਸ ਵੇਲੇ ਇਹ ਵੱਡਾ ਚੈਲੰਜ ਉਹਨਾਂ ਲੋਕਾਂ ਲਈ ਹੈਗਾ ਜੋ ਵੱਡੇ ਗਰੁੱਪਸ ਦੇ ਵਿੱਚ ਜੋ ਫੈਮਲੀਜ਼ ਦੇ ਨਾਲ ਇੱਕ ਘਰ 'ਚ ਰਹਿ ਰਹੇ ਨੇ, ਜਾਂ ਫਿਰ ਅਸੀਂ ਖਾਸ ਕਰਕੇ ਗੱਲ ਕਰੀਏ ਇੰਟਰਨੈਸ਼ਨਲ ਸਟੂਡੈਂਟਸ ਦੀ, ਉਹ ਕਾਫੀ ਜ਼ਿਆਦਾ ਬੱਚੇ ਇੱਕੋ ਘਰ ਦੇ ਵਿੱਚ ਰਹਿ ਰਹੇ ਨੇ, ਉਹਨਾਂ ਲਈ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨਾ ਕਿੰਨਾ ਜ਼ਰੂਰੀ ਹੈ ਔਰ ਕਿਸ ਤਰ੍ਹਾਂ ਮੇਨਟੇਨ ਕਰਨ ਉਹ? Just as important, ਜਿੰਨਾ ਬਾਕੀਆਂ ਵਾਸਤੇ ਉਹਨਾਂ ਨੂੰ ਬਾਕੀ ਸਟੂਡੈਂਟਸ ਨੂੰ ਵੀ ਇੰਨਾ ਹੀ ਇੰਪੋਰਟੈਂਟ ਹੈ। How they're going to do that, I don't have a solution for that. ਕਿਉਂਕਿ ਮੈਨੂੰ ਸੁਣਨ ਸੁਣਾਈ ਚ ਗੱਲ ਆਈ ਹੈ ਕਿ ਕਾਫੀ ਜਾਣੇ ਇਕੱਠੇ ਰਹਿ ਰਹੇ ਇੱਕ ਘਰ ਦੇ ਵਿੱਚ। I don't know if that's true or not. I have heard that, and if that's the case, that is a recipe that is not good. And so people need to isolate as much as possible, 6 feet away. Wash your hands a lot. ਜੀ, ਥੋੜੇ ਕੁਝ ਹੀ ਮਹੀਨਿਆਂ ਦੇ ਵਿੱਚ ਜੋ ਹੈ ਸਮਰ ਬ੍ਰੇਕ ਹੋਏਗੀ ਐਂਡ ਕਿਡਸ ਵਿਲ ਬੀ ਗੋਇੰਗ ਟੂ ਸਮਰ ਕੈਂਪ। ਸੋ ਬੇਸ਼ੱਕ ਇਹ ਵਾਇਰਸ ਸ਼ਾਇਦ ਉਦੋਂ ਤੱਕ ਜੇ ਚਲਾ ਜਾਂਦਾ ਹੈ ਤੇ ਡੋਂਟ ਯੂ ਥਿੰਕ ਦਿਸ ਕੈਨ ਲੀਡ ਟੂ ਅ ਸੈਕੰਡਰੀ ਆਊਟਬ੍ਰੇਕ? I do believe that can happen. So that's why ਮੇਰੇ ਖਿਆਲ ਦੇ ਵਿੱਚ what will end up probably happening is ਜੇ ਉਦੋਂ ਤੱਕ ਰਹੀ ਤੇ ਉਹ ਚੀਜ਼ਾਂ ਦੇ ਵਿੱਚ ਆਪਣੇ ਆਪ ਹੀ ਇਹਨਾਂ ਨੇ ਕਹਿਣ ਲੱਗ ਪੈਣਾ ਕਿ ਜਾਂ ਸਮਰ ਕੈਂਪਸ ਕੈਂਸਲ ਤੇ ਜਾਂ ਤੁਹਾਨੂੰ ਕਰਨੀ ਆਪਣੇ ਆਪ ਹੀ ਤੁਹਾਨੂੰ ਕੈਂਸਲ ਕਰਨ ਦੀ ਜ਼ਰੂਰਤ ਪੈਣੀ ਹੈ। ਬਟ who knows, we'll see if it goes that far. ਪਰ ਸਰਕਾਰ ਇਸ ਚੀਜ਼ ਦਾ ਕਾਫੀ ਸੀਰੀਅਸਲੀ ਲੈ ਰਹੀ ਹੈ। If they need to shut things down, they will. ਜੀ, last question before I let you go. Any safe activity which people can do? For example, ਇਸ ਵੇਲੇ gym close ਨੇ, recreation centers close ਹੈਗੇ ਨੇ. Can people go out for a walk and cycling? Yes, they can. ਬਿਲਕੁਲ ਜਾ ਸਕਦੇ ਆ। You can go out as long as you maintain distance of 6 feet or more. In fact, it's encouraged. ਬਾਹਰ ਜਾਓ, ਤੁਸੀਂ ਸੈਰ ਕਰੋ, ਸਾਈਕਲ ਚਲਾਓ। This is good. ਇੱਕ ਤਾਂ boredom ਤੋਂ ਬਚੋਗੇ ਤੁਸੀਂ, ਜਿਹੜੀ ਬਹੁਤ ਵੱਡੀ ਚੀਜ਼ ਅੱਜ ਕੱਲ੍ਹ ਚੱਲ ਰਹੀ ਹੈ, ਤੇ ਦੂਜੀ ਗੱਲ ਹੈ everybody needs a little bit of fresh air and exercise. It's good for you. Go out, do the walks. Just keep your distance. All right, thank you so much for joining us and ਬਹੁਤ ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਉਮੀਦ ਕਰਾਂਗੇ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਗੱਲਬਾਤ ਕਰਕੇ ਹੋਰ ਤਾਜ਼ਾ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੀਏ। Thank you so much.